ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੇ ਸਰੋਤਿਆਂ ਦਾ ਸਵਾਗਤ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ 328 ਸਰੂਪਾਂ ਦੀ ਜਾਂਚ ਤੇ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਤਰ੍ਹਾਂ ਦੇ ਬਿਆਨ ਤੇ ਹੁਣ ਤਾਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੂ ਟਰਨ। ਸੋ ਸਾਡੇ ਨਾਲ ਅੱਜ ਜਿਹੜੇ ਗੈਸਟ ਨੇ ਉਹਨੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸਪੋਕਸਪਰਸਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਯੂ ਟਰਨ ਆ ਉਹਦੇ ਉੱਤੇ ਕੀ ਕਹਿਣਾ ਚਾਹੋਗੇ? ਪਹਿਲਾਂ ਕੁਝ ਹੋਰ ਬਿਆਨ, ਫੌਜਦਾਰੀ ਮੁਕੱਦਮੇ ਚਲਾਉਣ ਦੀ ਗੱਲ ਹੋਈ, ਉਸ ਤੋਂ ਬਾਅਦ ਦੇ ਵਿੱਚ ਵਿਭਾਗੀ ਕਾਰਵਾਈ ਦੀ ਗੱਲ ਜਿਹੜੀ ਆ ਉਹ ਕਰਨ ਲੱਗ ਪਏ। ਇਹਦੇ ਪਿੱਛੇ ਕੀ ਮਜਬੂਰੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਪਹਿਲੋਂ ਕੁਝ ਹੋਰ ਬਿਆਨ ਪ੍ਰਧਾਨ ਸਾਹਿਬ ਨੇ ਦੇ ਦਿੱਤਾ ਤੇ ਹੁਣ ਫਿਰ ਇੱਕ ਹੰਗਾਮੀ ਮੀਟਿੰਗ ਬੁਲਾ ਕੇ ਤੇ ਆਪਣੇ ਉਹੀ ਬਿਆਨ ਜਿਹੜੇ ਬਦਲ ਕੇ ਹੁਣ ਹੋਰ ਤਰੀਕੇ ਨਾਲ ਕਾਰਵਾਈ ਕਰਨ ਦੀ ਗੱਲ ਕਹੀ? ਵੇਖੋ, ਇਹ ਗੱਲ ਬੜੀ ਸਪਸ਼ਟ ਹੋ ਚੁੱਕੀ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੀ ਕਾਰਜਸ਼ੈਲੀ ਇਸ ਪ੍ਰਕਾਰ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਆਪਣਾ ਵਕਾਰ ਜੀ ਆਪਣਾ ਵਿਸ਼ਵਾਸ ਆਪਣੀ ਭਰੋਸੇਯੋਗਤਾ ਜੀ ਇਹ ਸਾਰਾ ਕੁਝ ਇਹਨਾਂ ਦਾ ਜਿਹੜਾ ਹੈ ਉਹ ਦਾਅ 'ਤੇ ਲੱਗਿਆ ਹੋਇਆ ਹੈ। ਜੀ ਹਰ ਕਾਰਵਾਈ ਦੇ ਬਾਅਦ ਇਹਨਾਂ ਦੇ ਵਕਾਰ ਨੂੰ ਢਾਹ ਲੱਗ ਰਹੀ ਹੈ ਜੀ ਕਿਉਂਕਿ 27 ਅਗਸਤ ਨੂੰ ਜਿਸ ਵੇਲੇ ਵੱਲੇ ਵਿਖੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਹੁੰਦੀ ਹੈ, ਜੀ ਉਸ ਕਮੇਟੀ ਦੇ ਵਿੱਚ ਇਹ ਗੱਲ ਜੀ ਸਪਸ਼ਟ ਕੀਤੀ ਜਾਂਦੀ ਹੈ ਕਿ ਬਈ ਜਿਹੜੇ ਕਰਮਚਾਰੀ ਜਾਂਚ ਦੇ ਬਾਅਦ ਦੋਸ਼ੀ ਪਾਏ ਗਏ ਨੇ ਜੀ ਉਹਨਾਂ ਕਰਮਚਾਰੀਆਂ ਦੇ ਖਿਲਾਫ ਜਿਹੜੇ ਕਿ ਵਿਭਾਗੀ ਕਾਰਵਾਈ ਦੇ ਇਲਾਵਾ ਫੌਜਦਾਰੀ ਕਾਰਵਾਈ ਵੀ ਕੀਤੀ ਜਾਵੇਗੀ। ਭਾਵ ਕਹਿਣ ਦਾ ਕਿ ਉਹਨਾਂ ਦੇ ਖਿਲਾਫ FIR ਵਗੈਰਾ ਦਰਜ ਕੀਤੀ ਜਾਵੇਗੀ। ਜੀ ਇਹਨਾਂ ਨੇ 5 ਦੇ ਲਗਭਗ ਮੁਲਾਜ਼ਮ ਜਿਹੜੇ ਸੀਗੇ ਮੁਅੱਤਲ ਕੀਤੇ ਨੇ, ਜੀ 5 ਦੇ ਕਰੀਬ ਮੁਲਾਜ਼ਮ ਜਿਹੜੇ ਸੀਗੇ ਉਹ ਇਹਨਾਂ ਨੇ ਡਿਸਮਿਸ ਕਰਤੇ ਨੇ, ਠੀਕ ਹੈ, ਤੇ ਕੁਝ ਦੇ ਖਿਲਾਫ ਹੋਰ ਕਾਰਵਾਈਆਂ ਸ਼ੁਰੂ ਕੀਤੀਆਂ ਨੇ। ਤਾਂ ਕੁੱਲ ਮਿਲਾ ਕਰਕੇ ਇਹ 27 ਅਗਸਤ ਨੂੰ ਜਿਹੜਾ ਫੈਸਲਾ ਲਿੱਤਾ ਗਿਆ ਕਿ ਫੌਜਦਾਰੀ ਕੇਸ ਰਜਿਸਟਰ ਹੋਣਗੇ, ਜੀ ਉਹਦੇ ਬਾਅਦ ਜਿਹੜੀ ਇਹਨਾਂ ਦੀ 6 ਤਰੀਕ ਨੂੰ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਇਹ ਬਿਲਕੁਲ ਯੂ ਟਰਨ ਲੈ ਲੈਂਦੇ ਨੇ। ਜੀ ਯੂ ਟਰਨ ਦਾ ਮਤਲਬ ਹੋ ਗਿਆ ਉਹਨਾਂ ਨੇ ਕਿਹਾ ਕਿ ਬਈ ਅਸੀਂ ਹੁਣ ਫੌਜਦਾਰੀ ਕੇਸ ਨਹੀਂ ਕਰਾਂਗੇ ਇਹਨਾਂ ਦੇ ਖਿਲਾਫ, ਅਸੀਂ ਸਿਰਫ ਤੇ ਸਿਰਫ ਵਿਭਾਗੀ ਕਾਰਵਾਈ ਕਰਾਂਗੇ। ਉਹਦੇ ਪਿੱਛੇ ਸੰਗਤਾਂ ਜਾਣਨਾ ਚਾਹਣਗੀਆਂ ਵੀ ਕੀ ਕਾਰਨ ਹੋ ਸਕਦਾ ਹੈ। ਜੀ ਜੀ ਕਿਉਂਕਿ ਜਦ ਫੌਜਦਾਰੀ ਕੇਸ ਕਰੋਗੇ ਨਾ, ਜੀ ਫੌਜਦਾਰੀ ਕੇਸ ਵਿੱਚ ਕੀ ਹੋਏਗਾ ਕਿ FIR ਦਰਜ ਹੋਏਗੀ। ਜਦ FIR ਦਰਜ ਹੋਏਗੀ ਤੇ ਪੁਲਿਸ ਨੇ ਐਕਸ਼ਨ ਲੈਣਾ ਹੈ, ਜੀ ਪੁਲਿਸ ਨੇ ਇਨਵੈਸਟੀਗੇਸ਼ਨਸ ਕਰਨੀਆਂ ਨੇ, ਮਸਲਾ ਅਦਾਲਤ ਵਿੱਚ ਵੀ ਜਾਏਗਾ। ਜੀ ਜਿਹੜੇ ਬੰਦੇ ਡਿਸਮਿਸ ਹੋਏ ਨੇ, ਸਸਪੈਂਡ ਹੋਏ ਨੇ, ਉਹਨਾਂ ਵਿਅਕਤੀਆਂ ਨੇ ਜਾ ਕਰਕੇ ਆਪਣਾ ਕੇਸ ਪਲੀਟ ਕਰਨਾ ਹੈ। ਜੀ ਉੱਥੇ ਜਾ ਕਰਕੇ ਅਦਾਲਤ ਦੇ ਵਿੱਚ ਤਾਂ ਇਹ ਗੱਲਾਂ ਬੜੀਆਂ ਖੁੱਲ੍ਹ ਕੇ ਸਾਹਮਣੇ ਆਉਣਗੀਆਂ ਕਿ ਜੀ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਵਾਸਤੇ ਪ੍ਰਧਾਨ ਨੇ ਕਿਹਾ, ਸਾਨੂੰ ਫਲਾਣੇ ਮੀਤ ਪ੍ਰਧਾਨ ਨੇ ਕਿਹਾ, ਕਈਆਂ ਦੇ ਨਾਮ ਹੋਰ ਸਾਹਮਣੇ ਆ ਸਕਦੇ ਜਿਹੜੇ ਸਿਆਸਤਦਾਨ ਨੇ ਪਿੱਛੇ ਈਵਨ ਬਾਦਲ ਕੇ ਜਿਹੜੇ ਨੇ ਉਹਨਾਂ ਦੇ ਨਾਮ ਵੀ ਅੱਗੇ ਆਣਗੇ ਕਿਉਂਕਿ ਕੋਰਟ ਦੇ ਵਿੱਚ ਤਾਂ ਕਿਸੇ ਦਾ ਲਿਹਾਜ਼ ਨਹੀਂ ਹੋਣਾ। ਬਿਲਕੁਲ ਉਹਨਾਂ ਨੇ ਆਪਣਾ ਬਚਾਓ ਕਰਨਾ ਹੈ ਮੁਲਾਜ਼ਮਾਂ ਨੇ, ਔਰ ਉਸ ਬਚਾਓ ਦੇ ਵਿੱਚ ਜਿਹੜਾ ਹੈ ਉਹ ਸਾਰਿਆਂ ਦੇ ਨਾਮ ਨਸ਼ਰ ਹੋਣ ਦੀ ਪੂਰੀ ਸੰਭਾਵਨਾ ਸੀਗੀ। ਸੋ ਇਸ ਦੇ ਨਾਲ ਕੀ ਕੀਤਾ ਇਹਨਾਂ ਨੇ, ਯੂ ਟਰਨ ਤਾਂ ਕਰਕੇ ਕੀਤਾ ਇਹਨਾਂ ਦੇ ਕਿ ਜਿਹਦੇ ਨਾਲ ਕਿ ਉਹਨਾਂ ਦਾ ਵੀ ਬਚਾਅ ਹੋ ਜਾਏ ਤੇ ਇਹਨਾਂ ਦਾ ਵੀ ਬਚਾਅ ਹੋਵੇ। ਸੋ ਦਰਅਸਲ ਦੇ ਵਿੱਚ ਇਹ ਅਦਾਲਤ ਵਿੱਚ ਜਿਹੜੀਆਂ ਸੰਭਾਵਨਾਵਾਂ ਸੀਗੀਆਂ ਕਿ ਇਹਨਾਂ ਦੇ ਖਿਲਾਫ ਵੀ ਉਂਗਲ ਉੱਠੇਗੀ, ਉਸ ਚੀਜ਼ ਤੋਂ ਬਚਣ ਵਾਸਤੇ ਇਹਨਾਂ ਨੇ ਯੂ ਟਰਨ ਜਿਹੜਾ ਹੈ ਉਹ ਲਿਆ ਹੈ। ਕਹਿਣ ਤੋਂ ਭਾਵ ਕਿ ਕੁਝ ਇਹਨਾਂ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਫੌਜਦਾਰੀ ਮੁਕੱਦਮੇ ਚਲਾਉਣ ਦੀ ਗੱਲ ਕਹੀ ਆ, ਉਹਨਾਂ ਨੇ ਹੋ ਸਕਦਾ ਕਿ ਫੋਨ ਕਰਕੇ ਜਾਂ ਗੱਲ ਕਰਕੇ ਕਿਹਾ ਹੋਵੇ ਕਿ ਅਸੀਂ ਹੋਰ ਵੀ ਬਹੁਤ ਕੁਝ ਫਿਰ ਸਾਹਮਣੇ ਰੱਖ ਦੇਵਾਂਗੇ। ਦੇਖੋ ਜੀ, ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਿਸ ਵੇਲੇ ਇੱਕ ਵਿਅਕਤੀ ਜਿਹੜਾ ਡਿਸਮਿਸ ਹੋਇਆ ਹੈ ਜਾਂ ਸਸਪੈਂਡ ਹੋਇਆ ਹੈ, ਉਹਦੇ ਖਿਲਾਫ ਜਦ ਫੌਜਦਾਰੀ ਕੇਸ ਚਲੇਗਾ, ਨੈਚੁਰਲੀ ਇਹ ਤਾਂ ਆਬਵੀਅਸ ਹੈ ਕਿ ਉਹਨਾਂ ਨੇ
ਇਹਨਾਂ ਨੂੰ ਪਾਰਟੀ ਬਣਾਉਣਾ ਸੀਗਾ। ਜਥੇਦਾਰ ਅਕਾਲ ਤਖਤ ਨੂੰ ਵੀ ਪਾਰਟੀ ਬਣਾਉਣਗੇ ਉਹ ਜੀ। ਉਹਨਾਂ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਵੀ ਪਾਰਟੀ ਬਣਾਉਣਾ ਹੈ, ਉਹਨਾਂ ਨੇ ਅੰਤਰਿਮ ਕਮੇਟੀ ਨੂੰ ਵੀ ਪਾਰਟੀ ਬਣਾਉਣਾ ਹੈ, ਤੇ ਨਾਲ ਦੇ ਨਾਲ ਜਿਹੜੇ ਉਹ ਮੈਂਬਰ ਜਿਹਨਾਂ ਦੇ ਕਹਿਣ ਦੇ ਉੱਤੇ ਸਰੂਪ ਦਿੱਤੇ ਗਏ ਨੇ ਉਹ ਸਾਰਾ ਤਾਣਾ ਬਾਣਾ ਜਿਹੜਾ ਹੈ ਨਾ ਉਹ ਸਾਰਾ ਪਾਰਟੀ ਬਣ ਜਾਣਾ ਸੀਗਾ। ਇਸ ਚੀਜ਼ ਤੋਂ ਡਰਦੇ ਹੋਏ ਇਹਨਾਂ ਨੇ ਇਹ ਸਭ ਕੁਝ ਕੀਤਾ ਹੈ ਤੇ ਮੁਲਾਜ਼ਮਾਂ ਨੇ ਵੀ ਡੈਫੀਨਿਟਲੀ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਥ੍ਰੈਟ ਕੀਤਾ ਹੋਏਗਾ। ਪ੍ਰੈਸ ਸਾਹਿਬ ਇਹ ਤੇ ਗੱਲ ਹੋ ਗਈ ਨਾ ਵੀ ਕਾਰਵਾਈ ਹੋਣੀ ਜਾਂ ਨਹੀਂ ਹੋਣੀ ਉਹ ਤਾਂ ਹੁਣ ਸ਼੍ਰੋਮਣੀ ਕਮੇਟੀ ਦੇ ਹੱਥ ਦੇ ਵਿੱਚ ਚਲਾ ਗਿਆ। ਪਰ ਸੰਗਤ ਜਿਹੜੀ ਆ ਉਹ ਜਾਣਨਾ ਚਾਹੁੰਦੀ ਆ ਕਿ 328 ਸਰੂਪ ਆਖਰ ਨੂੰ ਹੈ ਕਿੱਥੇ, ਉਹ ਤੇ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਤੇ ਜਿਹੜੀ ਜਾਂਚ ਹੋਈ ਉਹ ਵੀ ਕਿਤੇ ਨਾ ਕਿਤੇ ਅਧੂਰੀ ਨਜ਼ਰ ਆ ਰਹੀ ਹੈ। ਦੇਖੋ ਜੀ, ਜਦੋਂ ਦੀ ਜਾਂਚ ਸ਼ੁਰੂ ਹੋਈ ਹੈ ਜੀ ਜਥੇਦਾਰ ਹਵਾਲਾ ਕਮੇਟੀ ਨੇ ਉਸ ਟਾਈਮ ਤੋਂ ਹੀ ਇਸ ਗੱਲ ਦੇ ਕੁਐਸਚਨ ਮਾਰਕ ਲਗਾਏ ਸੀਗੇ ਕਿ ਇਹ ਜਾਂਚ ਸੱਚ ਤੋਂ ਕੋਹਾਂ ਦੂਰ ਜਾ ਰਹੀ ਹੈ ਜੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਸਟਮ ਹੈ ਉਹ ਸਾਰਾ ਕੁਝ ਪੋਲੀਟੀਕਲਾਈਜ਼ਡ ਹੈ ਜੀ। ਇਹ ਸਾਰਿਆਂ ਨੂੰ ਪਤਾ ਹੈ ਕਿ ਇੱਕ ਬਾਦਲ ਕੇ ਪਰਿਵਾਰ ਦੀ ਜੇਬ ਚੋਂ ਪ੍ਰਧਾਨ ਨਿਕਲਦਾ ਹੈ, ਉਹਨਾਂ ਦੀ ਜੇਬ ਦੇ ਵਿੱਚੋਂ ਉਹਨਾਂ ਦੇ ਲਿਫਾਫੇ ਦੇ ਵਿੱਚੋਂ ਹੀ ਜਥੇਦਾਰ ਨਿਕਲਦਾ ਹੈ ਜੀ। ਸੋ ਸਿਸਟਮ ਤਾਂ ਸਾਰਾ ਪੋਲੀਟੀਕਲਾਈਜ਼ਡ ਹੈ ਜੀ। ਸਿਸਟਮ ਜਿਹੜਾ ਹੈ ਨਾ ਉਹ ਪਿੱਛੋਂ ਤਾਰਾਂ ਜਿਹੜੀਆਂ ਨੇ ਉਹ ਇੱਕ ਪਰਿਵਾਰ ਵੱਲੋਂ ਹਿਲਦੀਆਂ ਨੇ ਸਾਰਾ ਕੁਝ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਇਹ ਜਾਂਚ ਦੀ ਗੱਲ ਤੁਰੀ ਸੀਗੀ ਪਹਿਲਾਂ 267 ਸਰੂਪਾਂ ਤੋਂ ਤੁਰੀ ਸੀਗੀ, ਉਹਦੇ ਬਾਅਦ ਕਰਦੇ ਕਰਾਂਦੇ ਇਹ ਗੱਲ ਕਹੀ ਗਈ, ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਖੁਦ ਐਕਸੈਪਟ ਕਰ ਲਈ ਕਿ 267 ਸਰੂਪਾਂ ਦੀ ਗੱਲ ਨਹੀਂ ਹੈਗੀ, ਇਹ 328 ਸਰੂਪਾਂ ਦੀ ਗੱਲ ਹੈ। ਹੋਰ ਜਾਂਚ ਤਾਂ ਉਸੇ ਵੇਲੇ ਹੀ ਸੈਬੋਟੇਜ ਹੋ ਗਈ ਸੀਗੀ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਤਲਵੰਡੀ ਸਾਬੋ ਤੋਂ ਜਾਂਚ ਦੇ ਦੌਰਾਨ ਹੀ ਇਹ ਗੱਲ ਕਹਿਤੀ ਸੀਗੀ ਕਿ ਇਹ ਲਾਪਤਾ ਸਰੂਪਾਂ ਦੀ ਜਾਂਚ ਨਹੀਂ ਹੋ ਰਹੀ ਬਲਕਿ ਹਿਸਾਬ ਕਿਤਾਬ ਦੇ ਵਿੱਚ ਲੈਜਰਾਂ ਦੇ ਵਿੱਚ ਜਿਹੜੀ ਗੜਬੜ ਹੋਈ ਹੈ ਉਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਸਰੂਪ ਦਾ ਕੋਈ ਵੀ ਲਾਪਤਾ ਨਹੀਂ ਹੋਏ। ਇਹ ਸਾਰਾ ਕੁਝ ਜਿਹੜਾ ਹੈ ਇਹ ਮੈਨੀਪੂਲੇਟਡ ਹੈ, ਇਹ ਪ੍ਰੀ ਡਿਟਰਮਿਨਡ ਸੀਗਾ, ਇਹ ਪਹਿਲਾਂ ਹੀ ਨਿਰਧਾਰਿਤ ਸੀਗਾ ਕਿ ਭਈ ਇਸ ਤਰੀਕੇ ਦੇ ਨਾਲ ਅਸੀਂ ਜਾਂਚ ਨੂੰ ਲੈ ਕੇ ਚੱਲਣਾ ਹੈ। ਔਰ ਜਿਹੜਾ ਜਾਂਚ ਅਧਿਕਾਰੀ ਸੀਗਾ ਉਹਨੇ ਜਾਂਚ ਨੂੰ ਮੁਕੰਮਲ ਰੂਪ ਨਹੀਂ ਦਿੱਤਾ। ਮੁਕੰਮਲ ਰੂਪ ਕਿਉਂ ਨਹੀਂ ਦਿੱਤਾ, ਉਸ ਦੇ ਵਿੱਚ ਕਾਰਨ ਕੀ ਹੈ? ਮੇਰਾ ਕਹਿਣਾ ਹੈਗਾ ਹੈ ਕਿ ਜਾਂਚ ਅਧਿਕਾਰੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤਲਬ ਕਰਨਾ ਚਾਹੀਦਾ ਸੀਗਾ ਜੀ, ਅੰਤਰਿਮ ਕਮੇਟੀ ਨੂੰ ਤੇ ਬਾਕੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਤਲਬ ਕਰਕੇ ਪੁੱਛਣਾ ਚਾਹੀਦਾ ਸੀਗਾ, ਫਿਰ ਨਾਲ ਦੇ ਨਾਲ ਉਹਨੂੰ ਬਾਦਲ ਕਿਆਂ ਤੋਂ ਕੋਲ ਵੀ ਤਲਬ ਕਰਨਾ ਚਾਹੀਦਾ ਸੀ ਜੀ। ਇਹ ਸਾਰੀ ਜਾਂਚ ਜਿਹੜੀ ਹੈ ਇਹ ਪੱਖਪਾਤੀ ਹੈ, ਇਹ ਇੱਕ ਤਰਫਾ ਹੈ ਤੇ ਕੇਵਲ ਕੰਸਨਟਰੇਟ ਕਿਰਤੇ ਕੀਤਾ ਗਿਆ ਹੇਠਲੇ ਪੱਧਰ ਤੇ ਅਧਿਕਾਰੀਆਂ ਤੇ ਡਾਕਟਰ ਰੂਪ ਸਿੰਘ ਜੋ ਕਿ ਜਾਂਚ ਦੇ ਦੌਰਾਨ ਇੱਥੇ ਸੀਗੇ ਹੀ ਨਹੀਂ ਇੰਡੀਆ 'ਚ, ਉਹ ਤਾਂ ਸੀਗੇ ਕੈਨੇਡਾ ਦੇ ਵਿੱਚ। ਉਹਨਾਂ ਨੂੰ ਵੀ ਦੋਸ਼ੀ ਠਹਿਰਾ ਕਰਕੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਜਾਂਚ ਦੇ ਦੌਰਾਨ ਉਹਨਾਂ ਦੀ ਮੋਰਲ ਡਿਊਟੀ ਬਣਦੀ ਸੀਗੀ ਜਾਂਚ ਦੇ ਦੌਰਾਨ ਆ ਕਰਕੇ ਜਾਂਚ ਵਿੱਚ ਸ਼ਾਮਿਲ ਹੁੰਦੇ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੋਂ ਵੱਡਾ ਕਿਸੇ ਦਾ ਵੀ ਕੋਈ ਪਰਿਵਾਰਿਕ ਮਸਲਾ ਨਹੀਂ ਹੋ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸੁਪਰੀਮ ਨੇ, ਤਾਂ ਉਹ ਸਾਰੇ ਘਰੇਲੂ ਮਜਬੂਰੀਆਂ ਨੂੰ ਇੱਕ ਪਾਸੇ ਰੱਖ ਕੇ ਆਪਣੀ ਛੁੱਟੀ ਨੂੰ ਕੈਂਸਲ ਕਰਵਾ ਕਰਕੇ ਜਾਂਚ ਦੇ ਵਿੱਚ ਖੁਦ ਸ਼ਾਮਿਲ ਹੋਣਾ ਚਾਹੀਦਾ ਸੀਗਾ ਡਾਕਟਰ ਰੂਪ ਸਿੰਘ ਨੂੰ, ਜਿਹਦੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਸੋ ਕਹਿਣ ਤੋਂ ਮਤਲਬ ਮੇਰਾ ਸਿਰਫ ਇਹ ਹੈਗਾ ਹੈ ਇਹ ਜਾਂਚ ਅਧੂਰੀ ਹੈ, ਇਹ ਪੱਖਪਾਤੀ ਹੈ, ਇਹਦੇ ਵਿੱਚ ਜਾਣ ਬੁੱਝ ਕੇ ਸਿਆਸਤਦਾਨਾਂ ਨੂੰ, ਬਾਦਲਕਿਆਂ ਨੂੰ, ਪ੍ਰਧਾਨਾਂ ਨੂੰ ਤੇ ਐਕਸ ਪ੍ਰਧਾਨ ਨੂੰ ਤੇ ਅੰਤਰਿਮ ਕਮੇਟੀ ਮੈਂਬਰਾਂ ਨੂੰ ਇਹਦੇ ਵਿੱਚ ਜਾਂਚ ਦੇ ਘੇਰੇ ਦੇ ਵਿੱਚ ਸ਼ਾਮਿਲ ਜਾਣ ਬੁੱਝ ਕੇ ਨਹੀਂ ਕੀਤਾ ਗਿਆ, ਸਾਜ਼ਿਸ਼ ਦੇ ਹੇਠ ਨਹੀਂ ਕੀਤਾ ਗਿਆ। ਸੋ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜੀ ਇਹ ਜਾਂਚ ਕਰਾਈ ਗਈ ਹੈ ਇਹਦੇ ਉੱਤੇ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ। ਇਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਕ੍ਰੈਡੀਬਿਲਿਟੀ ਦੇ ਉੱਤੇ ਇੱਕ ਕੁਐਸਚਨ ਮਾਰਕ ਖੜਾ ਹੋ ਗਿਆ ਜੀ। ਪ੍ਰੈਸ ਸਾਹਿਬ, ਐਸਜੀਪੀਸੀ ਨੇ ਜਿਹੜਾ ਯੂ ਟਰਨ ਲਿਆ ਉਹਦੇ ਬਾਰੇ ਦੇ ਵਿੱਚ ਗੱਲ ਕਰੀਏ ਤਾਂ ਲਾਪਤਾ ਸਰੂਪਾਂ ਦੇ ਸਬੰਧ ਦੀ ਗੱਲ ਕਰੀਏ ਤਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਉਹ ਕੀ ਭੂਮਿਕਾ ਇਹਨਾਂ ਦੋਵਾਂ ਚੀਜ਼ਾਂ ਦੇ, ਜਿਹੜਾ ਐਸਜੀਪੀਸੀ ਨੇ ਯੂ ਟਰਨ ਲੈ ਲਿਆ ਤੇ ਨਾਲ ਸਰੂਪਾਂ ਦਾ ਵੀ ਕੁਝ ਦੱਸਿਆ ਨਹੀਂ ਕਿ ਉਹ ਸਰੂਪ ਹੈ ਕਿੱਥੇ। ਦੇਖੋ, ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਾਂਚ ਰਿਪੋਰਟ ਜਿਹੜੀ ਕਿ ਹੁਣ ਤੱਕ ਜਨਤਕ ਕੀਤੀ ਗਈ ਹੈ ਉਹ ਕੇਵਲ ਤੇ ਕੇਵਲ 10 ਪੇਜ ਨੇ ਜੀ, 10 ਪੇਜ ਵੈਬਸਾਈਟ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਪਏ ਨੇ। ਹੁਣ ਇਹਨਾਂ ਦੇ 10 ਤੇ 10 ਪੇਜਾਂ ਉੱਤੇ ਜਾਂਚ ਅਧਿਕਾਰੀ ਦੇ ਸਿਗਨੇਚਰ ਹੋਣੇ ਚਾਹੀਦੇ ਸੀਗੇ ਜੀ। ਦੇਖੋ, ਕੋਈ ਵੀ ਡਾਕੂਮੈਂਟ ਜਾਂਚ ਰਿਪੋਰਟ ਦੀ ਅਥੈਂਟਿਸਿਟੀ ਤਾਂ ਬਣਦੀ ਹੈ ਜੇਕਰ
ਜਾਂਚ ਅਧਿਕਾਰੀ ਜਿਹੜੇ ਨੇ ਉਹ ਹਰ ਪੇਜ ਦੇ ਉੱਤੇ ਸਾਈਨ ਕਰਨ। ਇਹਨਾਂ ਨੇ ਪੂਰੀ ਜਾਂਚ ਰਿਪੋਰਟ ਨਹੀਂ ਵੈਬਸਾਈਟ ਤੇ ਪਾਈ, ਕੇਵਲ 10 ਪੇਜ ਜਿਹੜੇ ਕਿ ਕਰਮਚਾਰੀਆਂ ਨਾਲ ਸੰਬੰਧਿਤ ਸੀਗੇ, ਸਿਰਫ ਉਹ 10 ਪੇਜ ਪਾਏ ਨੇ। ਹੁਣ ਗੱਲ ਰਹੀ ਕਿ ਜਦ ਯੂ ਟਰਨ ਲੈ ਲਿਆ ਗਿਆ, ਤੁਹਾਡੇ ਸਵਾਲ ਦਾ ਜਵਾਬ ਕਿ ਇਹ ਯੂ ਟਰਨ ਲੈ ਲਿਆ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਕੋਈ ਮੂਕ ਦਰਸ਼ਕ ਥੋੜ੍ਹਾ ਹੈ। ਅਕਾਲ ਤਖਤ ਕਿਉਂ ਨਾ ਬੋਲੇ? ਅਕਾਲ ਤਖਤ ਇਹਨਾਂ ਨੂੰ ਸਮਨ ਕਰੇ। ਹੈ ਗਿਆਨੀ ਹਰਪ੍ਰੀਤ ਸਿੰਘ ਜੇ ਬਾਦਲ ਕਿਆਂ ਨਾਲੋਂ ਵੱਖਰੇ ਨੇ, ਜੇ ਸ਼੍ਰੋਮਣੀ ਕਮੇਟੀ ਦੇ ਉੱਤੇ ਆਪਣਾ ਜਿਹੜਾ ਹੈ ਕਿ ਉਹ ਕੋਈ ਰੋਪ ਸਮਝਦੇ ਨੇ ਹੈਗਾ, ਅਥਾਰਟੀ ਹੈ, ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਫਰਕ ਪੈਂਦਾ ਬਈ? ਉਹ ਬੁਲਾਣ ਉੱਥੇ ਉਹਨਾਂ ਨੂੰ, ਪ੍ਰਧਾਨ ਨੂੰ ਬੁਲਾਣ, ਸਾਰੀ ਅੰਤਰਿਮ ਕਮੇਟੀ ਨੂੰ ਫੋਲੋ ਕਰ ਲੈਣ। ਹੈ ਕਿ ਤੁਸੀਂ ਯੂ ਟਰਨ ਕਿੱਦਾਂ ਲੈ ਲਿਆ? ਤੁਸੀਂ ਇੱਕ 27 ਤਰੀਕ ਨੂੰ ਇਹ ਕਹਿ ਰਹੇ ਹੋ ਤੇ ਅੱਜ ਤੁਸੀਂ ਫੈਸਲਾ ਆਪਣਾ ਬਦਲ ਲਿਆ, ਇਹਦਾ ਕੌਮ ਨੂੰ ਸਪਸ਼ਟੀਕਰਨ ਦਿਓ। ਲੇਕਿਨ ਇਹ ਤਾਂ ਹੋਏਗਾ ਜੇ ਪਿੱਛੋਂ ਹਰੀ ਝੰਡੀ ਮਿਲੇਗੀ। ਪ੍ਰੋਫੈਸਰ ਸਾਹਿਬ, ਜਿਹੜੀ 328 ਸਰੂਪਾਂ ਦੀ ਗੱਲ ਕਰਦੇ, ਕਹਿੰਦੇ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮ ਸੀਗੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਸਰੂਪ ਜਿਹੜੇ ਆ ਵੇਚ ਦਿੱਤੇ, ਰਿਕਾਰਡ ਦੇ ਵਿੱਚ ਚੜ੍ਹਾਏ ਨਹੀਂ। ਸਾਰਾ ਕੁਝ ਸੰਗਤ ਬਰਦਾਸ਼ਤ ਕਰ ਸਕਦੀ ਆ, ਕੋਈ ਦਾਲਾਂ ਦਾ ਘਪਲਾ ਕਦੀ ਸਾਹਮਣੇ ਆ ਜਾਂਦਾ, ਕਦੀ ਸਬਜ਼ੀਆਂ ਦਾ ਆ ਜਾਂਦਾ ਕੋਈ, ਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਵੀ ਇਸ ਤਰ੍ਹਾਂ ਵੇਚ ਦਿੱਤੇ ਜਾਂਦੇ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਬਿਲਡਿੰਗ ਦੇ ਵਿੱਚ ਹੇਰਾ ਫੇਰੀ ਹੋ ਜਾਏ, ਅਗਰ ਕਿਸੇ ਹੋਰ ਕੰਮ ਦੇ ਵਿੱਚ ਹੇਰਾ ਫੇਰੀ ਨਜ਼ਰ ਆਏ ਨਾ, ਤਾਂ ਸਿੱਖ ਸੰਗਤਾਂ ਉਹਨੂੰ ਵੀ ਲੈਣਗੀਆਂ ਗੰਭੀਰਤਾ ਨਾਲ। ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਦ ਲਾਪਤਾ ਹੋ ਜਾਣ ਨਾ, ਤੇ ਇਹ ਸਿਖਰ ਦੀ ਗੱਲ ਹੈ। ਇਸ ਤੋਂ ਗਾਂ ਸਾਡੇ ਵਾਸਤੇ ਕੁਝ ਵੀ ਨਹੀਂ ਹੈਗਾ। ਤੋ 328 ਸਰੂਪ ਅੱਜ ਵੀ ਸਵਾਲ ਬਣਿਆ ਹੋਇਆ ਹੈ ਕਿ 328 ਸਰੂਪ ਕਿੱਥੇ ਨੇ, ਕਿਹਨੂੰ ਦਿੱਤੇ ਗਏ? ਆਫਟਰ ਆਲ 328 ਸਰੂਪਾਂ ਦਾ ਲੇਖਾ ਜੋਖਾ ਜਿਹੜਾ ਹੈ ਉਹ ਕਿਹਨੂੰ ਦਿੱਤੇ ਗਏ ਤੇ ਕਿਹਦੇ ਕਹਿਣ ਤੇ ਦਿੱਤੇ ਗਏ, ਉਹ ਵੀ ਸਪਸ਼ਟ ਨਹੀਂ ਹੈਗਾ। ਇਹ ਵੀ ਜਾਂਚ ਰਿਪੋਰਟ ਸਾਇਲੈਂਟ ਹੈ। ਸੋ ਜਾਂਚ ਰਿਪੋਰਟ ਆਪਣੇ ਆਪ ਦੇ ਵਿੱਚ ਇੱਕ ਅਧੂਰੀ ਰਿਪੋਰਟ ਹੈ ਤੇ ਇਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਭੂਮਿਕਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਕੁਝ ਵੀ ਕੀਤਾ ਹੈ ਉਹ ਅਜੇ ਤੱਕ ਅਧੂਰਾ ਜਿਹਾ ਨਜ਼ਰ ਆ ਰਿਹਾ ਹੈ। ਜੇਕਰ ਸ਼੍ਰੀ ਅਕਾਲ ਤਖਤ ਸਾਹਿਬ 328 ਸਰੂਪਾਂ ਦੇ ਬਾਰੇ ਸੰਗਤਾਂ ਨੂੰ ਸਪਸ਼ਟ ਕਰ ਦਿੰਦੇ ਜਾਂਚ ਰਿਪੋਰਟ, ਤਾਂ ਮੈਂ ਸਮਝਦਾ ਕਿ ਬਈ ਇਹ ਪਤਾ ਲੱਗ ਜਾਣਾ ਸੀਗਾ ਕਿ ਜਥੇਦਾਰ ਅਕਾਲ ਤਖਤ ਜਿਹੜਾ ਹੈ ਉਹ ਬੜਾ ਨਿਰਪੱਖ ਹੈ, ਉਹ ਬੜਾ ਆਜ਼ਾਦ ਹੈ, ਉਹ ਬਾਦਲਾਂ ਨੂੰ ਵੀ ਘੇਰੇ 'ਚ ਲਿਆ ਸਕਦਾ ਹੈ। ਅੱਜ ਪੋਜੀਸ਼ਨ ਕੀ ਹੈ ਕਿ ਜਦ ਉਹਨਾਂ ਨੇ ਯੂ ਟਰਨ ਲੈ ਲਿਆ ਤੇ ਨਾਲ ਇੱਕ ਫੈਸਲਾ ਕਰ ਲਿਆ। ਨਾਲ ਫੈਸਲਾ ਕੀ ਕੀਤਾ ਇਹਨਾਂ ਨੇ, ਤੇ ਇਹ ਕਿਹਾ ਕਿ 18 ਸਪਟੈਂਬਰ ਨੂੰ ਪ੍ਰਧਾਨ ਅਤੇ ਅੰਤਰਿਮ ਕਮੇਟੀ ਸਾਰੀ ਦੀ ਸਾਰੀ ਜਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਿਮਾ ਯਾਚਨਾ ਕਰੇਗੀ। ਬਈ ਖਿਮਾ ਯਾਚਨਾ ਤੁਸੀਂ ਤਾਂ ਕਰ ਰਹੇ ਹੋ ਨਾ, ਗਿਲਟੀ ਹੋ ਨਾ, ਦੋਸ਼ੀ ਹੋ ਨਾ। ਜੇ ਦੋਸ਼ੀ ਹੋ ਤਾਂ ਹੀ ਤਾਂ ਖਿਮਾ ਯਾਚਨਾ ਲਈ ਆ ਰਹੇ ਹੋ। ਹੁਣ ਹੈਰਾਨਗੀ ਦੀ ਗੱਲ ਇਹ ਹੈਗੀ ਹੈ ਕਿ ਖੁਦ ਆਪ ਦੋਸ਼ੀ ਤੇ ਆਪ ਹੀ ਆਪਣੀ ਸਜ਼ਾ ਨਿਰਧਾਰਿਤ ਕਰ ਰਹੇ ਨੇ। ਸਜ਼ਾ ਵੀ ਖੁਦ ਨਿਰਧਾਰਿਤ ਕਰ ਰਹੇ ਨੇ ਕਿ ਅਸੀਂ ਜਾਵਾਂਗੇ ਖਿਮਾ ਯਾਚਨਾ ਕਰਨ। ਬਈ ਖਿਮਾ ਯਾਚਨਾ ਕਰਨ ਕਿਉਂ ਜਾਓਗੇ? ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕਰਕੇ ਆਪਣੇ ਸਾਰੇ ਦੇ ਸਾਰੇ ਅਸਤੀਫੇ ਦੇ ਕੇ ਆਓ। ਤੁਸੀਂ ਕਹੋ ਜੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਬੰਧ ਕਰਨ ਦੇ ਵਿੱਚ, ਇਹਨਾਂ ਦੀ ਛਪਾਈ ਕਰਨ ਦੇ ਵਿੱਚ, ਸੰਗਤਾਂ ਤੱਕ ਵੰਡਣ ਦੇ ਵਿੱਚ ਅਸੀਂ ਇਹ ਸਾਰੇ ਸਿਸਟਮ ਨੂੰ ਟਰਾਂਸਪੇਰੈਂਟ, ਪਾਰਦਰਸ਼ੀ ਨਹੀਂ ਰੱਖ ਸਕੇ। ਅਸੀਂ ਇਹ ਤੇ ਪਰਦਾਪੋਸ਼ੀ ਕੀਤੀ ਹੈ। ਅਸੀਂ ਗੁਨਾਹਗਾਰ ਹਾਂ ਤੇ ਅਸੀਂ ਕੌਮ ਦੇ ਅੱਗੇ ਆਪਣਾ ਅਸਤੀਫਾ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਬਮਿਟ ਕਰਾਉਣਾ ਹੈ। ਠੀਕ ਹੈ। ਨਾਲ ਖਿਮਾ ਯਾਚਨਾ ਕਰਨ, ਨਾਲ ਕਹਿਣ ਅੱਜ ਦੇ ਬਾਅਦ ਸਾਨੂੰ ਛੁੱਟੀਆਂ ਬਖਸ਼ੋ। ਠੀਕ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਸਾਰੇ ਅਸਤੀਫੇ ਦੇਣ ਤੇ ਘਰਾਂ ਨੂੰ ਆਪਣੇ ਤੁਰ ਪੈਣ। ਬਿਲਕੁਲ ਪ੍ਰੋਫੈਸਰ ਸਾਹਿਬ, ਇਹ ਤੁਹਾਡੀ ਗੱਲ ਜਿਹੜੀ ਵਾਕਿਆ ਦਰੁਸਤ ਹੈ ਕਿ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ, ਪਰ ਐਵੇਂ ਹੋਣਾ ਨਹੀਂਗਾ। ਇਹ ਤਾਂ ਹੋਣਾ ਨਹੀਂ। ਇਹ ਤਾਂ ਜਦ ਤੱਕ ਸੰਗਤਾਂ ਇਕੱਠੀਆਂ ਹੋ ਕਰਕੇ ਇਹਨਾਂ ਨੂੰ ਲੱਤਾਂ ਤੋਂ ਖਿੱਚ ਕੇ ਧੂ ਕੇ ਬਾਹਰ ਨਹੀਂ ਕੱਢਣਗੀਆਂ, ਇਹ ਤਦ ਤੱਕ ਇਹ ਪਾਪੀ ਲੋਕ, ਇਹ ਅਧਰਮੀ ਲੋਕ ਜਿਹੜੇ ਨੇ ਇਹ ਸ਼੍ਰੋਮਣੀ ਕਮੇਟੀ ਛੱਡਣਗੇ ਨਹੀਂ। ਇਹ ਅਧਰਮੀ ਨੇ ਬੇਸਿਕਲੀ। ਪ੍ਰੋਫੈਸਰ ਸਾਹਿਬ, ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਦੀ ਗੱਲ ਕਰੀਏ ਤਾਂ ਪ੍ਰਧਾਨ ਸਿਰਫ ਇਸੇ ਕਰਕੇ ਹੀ ਆ ਕਿ ਆ ਕੇ ਮੀਡੀਆ ਗੜੀ ਬੈਠ ਕੇ ਤੇ ਆਹ ਦੋਸ਼ੀ ਆ, ਆਹ ਹੋਇਆ, ਇਹੀ ਦੱਸਣ ਲਈ, ਜਾਂ ਪ੍ਰਧਾਨ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ? ਕਿਉਂਕਿ ਜਦੋਂ ਕਿਸੇ ਸੰਸਥਾ ਜਿਹੜੀ ਕਿ ਇੱਕ ਸਰਮੌਰ ਸੰਸਥਾ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੋਵੇ, ਉਹਦਾ ਪ੍ਰਧਾਨ ਕਦੀ ਆ ਕੇ ਇਹ ਚੀਜ਼ ਨਹੀਂ ਦੇਖਦਾ ਕਿ ਪਿੱਛੇ ਕੀ ਹੋਇਆ ਆ ਜਾਂ ਕੀ ਹੋ ਰਿਹਾ ਆ ਜਾਂ ਕਿਵੇਂ ਚੱਲ ਰਿਹਾ ਸਾਰਾ ਕੁਝ? ਬਿਲਕੁਲ। ਦੇਖੋ, ਅੱਜ ਦੇ ਜ਼ਮਾਨੇ 'ਚ ਨਾ ਟੈਕਨੋਲੋਜੀ ਇੰਨੀ ਐਡਵਾਂਸ ਹੈ
ਕਿ ਪ੍ਰਧਾਨ ਬੇਸ਼ੱਕ ਹਫ਼ਤੇ ਬਾਅਦ ਆਏ, ਬੇਸ਼ੱਕ 10 ਦਿਨਾਂ ਬਾਅਦ ਆਏ, ਜੀ ਬੇਸ਼ੱਕ 15 ਦਿਨਾਂ ਬਾਅਦ ਆਏ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਬੇਸ਼ੱਕ ਉਹ ਰੋਜ਼ ਨਾ ਵੀ ਆਏ, ਲੇਕਿਨ ਟੈਕਨੋਲੋਜੀ ਇੰਨੀ ਐਡਵਾਂਸ ਹੈ ਕਿ ਉਹ ਹਰ ਸਿਸਟਮ ਜਿਹੜਾ ਹੈ ਨਾ, ਹਰ ਚੀਜ਼ ਆਨਲਾਈਨ ਸਿਸਟਮ ਡਿਵੈਲਪ ਕਰ ਸਕਦੇ ਨੇ। ਬਿਲਕੁਲ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਜੀ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਜੀ ਕਿ ਬਈ ਤੁਸੀਂ ਇਹ ਦੱਸੋ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਜੀ ਵੱਖ-ਵੱਖ ਸੰਗਤਾਂ ਦੀ ਡਿਮਾਂਡ ਦੇ ਉੱਤੇ ਜਾਂ ਗੁਰਦੁਆਰਿਆਂ ਦੀ ਡਿਮਾਂਡ ਤੇ ਜੀ ਜਿਹੜਾ ਡਿਸਟ੍ਰੀਬਿਊਸ਼ਨ ਦਾ ਸਿਸਟਮ ਰੱਖਿਆ ਹੋਇਆ ਹੈ, ਇਹ ਸਾਰਾ ਸਿਸਟਮ ਆਨਲਾਈਨ ਕਿਉਂ ਨਹੀਂ ਹੋਏਗਾ? ਜੀ ਬਿਲਕੁਲ। ਕਿਉਂ ਇਹ ਟ੍ਰੈਡੀਸ਼ਨਲ ਸਿਸਟਮ ਦੇ ਨਾਲ ਇਹ ਲੈਜਰਾਂ ਤੇ ਕੱਟ ਵੱਟ ਕਰਕੇ ਓਪਨਿੰਗ ਬੈਲੈਂਸ ਗਲਤ ਹੋ ਗਿਆ ਜੀ, ਕਲੋਜ਼ਿੰਗ ਬੈਲੈਂਸ ਗਲਤ ਹੋ ਗਿਆ ਜੀ, ਇਹ ਕੱਟ ਵੱਟ ਕੀਤੀ ਗਈ ਹੀਰਾ ਫੇਰੀਆਂ ਜਿਹੜੀਆਂ ਨੇ, ਵਾਈ ਨਾਟ ਇਟ ਇਜ਼ ਓਪਨ? ਇਹ ਕਿਉਂ ਨਹੀਂ ਆਨਲਾਈਨ ਹੈਗਾ ਕਿ ਜਿਹੜਾ ਬੰਦਾ ਅਮਰੀਕਾ ਬੈਠਾ ਹੈ, ਜਿਹੜਾ ਕੈਨੇਡਾ ਬੈਠਾ ਹੈ, ਉਹ ਵੀ ਆਨਲਾਈਨ ਸਿਸਟਮ ਵੇਖੇ ਕਿ ਹਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਲਾਣੀ ਤਰੀਕ ਨੂੰ ਇੰਨੇ ਛਪੇ ਜੀ ਤੇ ਫਲਾਣੀ ਸੰਸਥਾ ਨੂੰ, ਫਲਾਣੇ ਗੁਰਦੁਆਰੇ ਨੂੰ, ਫਲਾਣੇ ਵਿਅਕਤੀ ਨੂੰ ਇੰਨੇ ਸਰੂਪ ਵੰਡੇ ਗਏ। ਜੀ ਜੀ ਇਹ ਸਾਰਾ ਸਿਸਟਮ ਤਾਂ ਟ੍ਰਾਂਸਪੇਰੈਂਟ ਹੋਣਾ ਚਾਹੀਦਾ। ਇਹ ਵੀ ਸਿਸਟਮ ਸਾਰਾ ਹੋਣਾ ਚਾਹੀਦਾ। ਅਖੰਡ ਪਾਠ ਸਾਹਿਬ ਜਿਹੜਾ ਕਰਵਾਉਂਦੇ ਨੇ ਉਹ ਕਿਤੇ ਵੀ ਬੈਠਿਆਂ ਬੰਦਾ ਬੁੱਕ ਕਰਵਾ ਸਕਣਾ ਚਾਹੀਦਾ ਵਾ। ਇਹ ਸਾਰਾ ਸਿਸਟਮ ਜਿਹੜਾ ਆ ਬੜੇ ਅੱਛੇ ਤਰੀਕੇ ਨਾਲ ਚੱਲ ਸਕਦਾ ਵਾ, ਪਰ ਕਿਤੇ ਨਾ ਕਿਤੇ ਉਹ ਇਹੀ ਕਰਕੇ ਨਹੀਂ ਹੈਗੀ ਕਿ ਕਿਤੇ ਨਾ ਕਿਤੇ ਉਹਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਚੱਲਦਾ ਆ ਜਿਹਦੇ ਕਰਕੇ ਬੇਸਿਕਲੀ ਸ਼੍ਰੋਮਣੀ ਕਮੇਟੀ ਇਸ ਵੇਲੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ। ਜੀ ਮੈਨੂੰ ਪਤਾ ਹੈ ਇਹਦੇ ਬੜੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਫਲਾਣੇ ਕੋਲੋਂ ਕਮਿਸ਼ਨ, ਤੇਰਾ ਚੈੱਕ ਪਾਸ ਕਰਾ ਦਿਆਂਗੇ, ਤੂੰ ਮੈਨੂੰ ਸਿਰਫ 20,000 ਰੁਪਏ ਦੇ ਦੇਈਂ ਚੋਂ, ਤੇਰਾ ਚੈੱਕ ਪਾਸ ਹੋ ਜਾਏਗਾ, 1 ਲੱਖ ਰੁਪਏ ਮੈਨੂੰ ਦੇ ਦੇਈਂ। ਤੇ ਇਸ ਤਰੀਕੇ ਦੀ ਮੇਰੇ ਕੋਲ ਤਾਂ ਸਬੂਤ ਨੇ ਇਸ ਗੱਲ ਦੇ। ਤੇ ਸ਼੍ਰੋਮਣੀ ਕਮੇਟੀ ਇੱਕ ਭ੍ਰਿਸ਼ਟਾਚਾਰ ਦਾ ਅੱਡਾ ਹੈ। ਕਿਰਪਾਨਾਂ ਪਾਈਆਂ ਇਹਨਾਂ ਨੇ ਲੋਕਾਂ ਨੇ, ਇਹਨਾਂ ਨੇ ਅੰਮ੍ਰਿਤ ਛਕੇ ਹੋਏ ਨੇ, ਤੇ ਲੇਕਿਨ ਇਹ ਨਰੈਣੂ ਮੰਤੂ ਤੋਂ ਵੀ ਜ਼ਿਆਦਾ ਮਾੜੇ ਨੇ। ਇਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ। ਜੀ ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਉਹ ਛਪਾਈ ਸ਼ੁਰੂ ਹੋ ਗਈ ਸੀਗੀ ਉੱਥੇ ਸਰੂਪਾਂ ਦੀ, ਇੰਨੀ ਵੱਡੀ ਗੱਲ ਹੋ ਜਾਣੀ, ਸ਼੍ਰੋਮਣੀ ਕਮੇਟੀ ਜਿਹੜੀ ਆ ਉਸ ਨੂੰ ਪਤਾ ਨਾ ਲੱਗੇ, ਇਹਦੇ ਵਿੱਚ ਬੈਠੇ ਕੁਝ ਲੋਕ ਹੀ ਜਿਹੜੇ ਆ ਜਿਨ੍ਹਾਂ ਨੇ PDF ਜਿਹੜੀ ਉੱਥੇ ਭੇਜੀ, ਤਾਂ ਹੀ ਛਪਾਈ ਜਿਹੜੀ ਉਹ ਹੋਣੀ ਸ਼ੁਰੂ ਹੋਈ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਦੇਖੋ ਸ਼੍ਰੀ ਗੁਰੂ, ਆਪ ਜੀ ਨੂੰ ਸ਼ਾਇਦ ਪਤਾ ਹੋਏਗਾ, ਸਰੋਤਿਆਂ ਨਾਲ ਮੈਂ ਸਾਂਝੀ ਕਰ ਲਵਾਂ ਗੱਲ ਕਿ ਤਕਰੀਬਨ 10 ਸਾਲ ਤੋਂ ਪਹਿਲਾਂ ਜਿਹੜਾ ਸੀਗਾ ਇਹ ਪ੍ਰਾਈਵੇਟ ਫਰਮਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਦੀਆਂ ਸੀਗੀਆਂ ਜੀ, ਪਹਿਲਾਂ ਛਾਪਦੀਆਂ ਸੀ। ਹਾਂ, ਭਾਈ ਜੀਵਨ ਸਿੰਘ, ਚਤਰ ਸਿੰਘ, ਹੋਰ ਬਾਕੀ ਬਾਹਰ ਵੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਦੀਆਂ ਸੀਗੀਆਂ। ਲੇਕਿਨ ਜਦ ਦੇਖਿਆ ਗਿਆ ਕਿ ਵੀ ਇਹ ਸਰੂਪਾਂ ਦੇ ਵਿੱਚ ਸਟੈਂਡਰਡਾਈਜੇਸ਼ਨ ਦੀ ਕਮੀ ਆ ਰਹੀ ਹੈ, ਐਰਰਸ ਵੀ ਬਹੁਤ ਜ਼ਿਆਦਾ ਨੇ, ਤੇ ਕੋਈ ਪ੍ਰਬੰਧ ਦੇ ਵਿੱਚ ਜਿਹੜੀ ਯੂਨੀਫਾਰਮਿਟੀ ਨਹੀਂ ਆ ਰਹੀ, ਤਾਂ ਉਹਦੇ ਵਿੱਚ ਕੀ ਕੀਤਾ ਗਿਆ, ਸ਼੍ਰੋਮਣੀ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਫੈਸਲਾ ਕਰ ਲਿਆ ਕਿ ਬਾਹਰਲੇ ਵਿਅਕਤੀਆਂ ਨੂੰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੀ ਅਧਿਕਾਰ ਨਹੀਂ ਹੋਏਗਾ। ਹੋਰ ਕੌਮ ਨੂੰ ਬੜੀ ਰਾਹਤ ਮਿਲੀ ਇਸ ਗੱਲ ਦੀ, ਬੜੀ ਰਾਹਤ ਮਿਲੀ ਕਿ ਬਈ ਹੁਣ ਇੱਕ ਸਾਡੀ ਜਿਹੜੀ ਸ਼੍ਰੋਮਣੀ ਸੰਸਥਾ ਹੈ, ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਛਾਪੇਗੀ, ਔਰ ਇਹਦੇ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਬਕਾਇਦਾ ਪ੍ਰਿੰਟਿੰਗ ਪ੍ਰੈਸ ਵਗੈਰਾ ਸਭ ਕੁਝ ਲਗਾਤੀ ਹੈ। ਚਲੋ ਬਹੁਤ ਵਧੀਆ ਹੋ ਗਿਆ ਕੰਮ। ਲੇਕਿਨ ਇਹਨਾਂ ਲੋਕਾਂ ਨੇ ਇੰਨਾ ਜ਼ਿਆਦਾ ਵਿਸ਼ਵਾਸਘਾਤ ਕੀਤਾ ਕਿ ਇੰਡੀਆ ਦੇ ਵਿੱਚ ਤਾਂ ਹੇਰਾ ਫੇਰੀਆਂ ਚੱਲ ਰਹੀਆਂ ਸੀਗੀਆਂ, ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਜਿਹੜੇ ਸੀਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਛਾਪਣੇ ਸ਼ੁਰੂ ਹੋ ਗਏ। ਸਵਾਲ ਪੈਦਾ ਉੱਠਦਾ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਛਾਪਣ ਦੀ ਇਜਾਜ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਕਿਸੇ ਅਧਿਕਾਰੀ ਨੇ ਤਾਂ ਦਿੱਤੀ ਹੋਏਗੀ ਨਾ। ਅਰੇ ਪ੍ਰੋਫੈਸਰ ਸਾਹਿਬ, ਉਸ ਪਾਸਿਓਂ ਵੀ ਪਤਾ ਨਹੀਂ ਕੀ ਨਿਕਲ ਕੇ ਸਾਹਮਣੇ ਆਉਣਾ, ਠੀਕ ਹੈ ਨਾ। ਇਹ ਵੀ ਗੱਲ ਆ ਚੁੱਕੀ ਹੈ ਕਿ ਅਕਾਲ ਤਖਤ ਵੱਲੋਂ ਇੱਕ ਚਿੱਠੀ ਜਾ ਚੁੱਕੀ ਹੈ ਕਿ ਜਿਹਦੇ ਵਿੱਚ ਕਿ 15 ਦਿਨਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਦੱਸਣ ਕਿ ਉਹਨਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ PDF ਜਿਹੜੀ ਹੈ ਉਹ ਕਿਹਨੇ ਦਿੱਤੀ ਉਹਨਾਂ ਨੂੰ। ਆਫਟਰ ਆਲ ਕਿਸੇ ਨੇ ਦਿੱਤੀ ਹੋਏਗੀ ਨਾ, ਕਿਸੇ ਅਧਿਕਾਰੀ ਨੇ ਦਿੱਤੀ ਹੋਏਗੀ, ਸ਼੍ਰੋਮਣੀ ਕਮੇਟੀ ਦੇ ਕਿਸੇ ਪ੍ਰਬੰਧਕ ਨੇ ਦਿੱਤੀ ਹੋਏਗੀ, ਜਿਹਦੇ ਆਧਾਰ ਦੇ ਉੱਤੇ ਉਹਨਾਂ ਨੂੰ PDF ਦੇ ਆਧਾਰ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਛਾਪਣੇ ਸ਼ੁਰੂ ਕੀਤੇ। ਸੋ ਉਹ PDF ਜਿਹੜੀ ਹੈ ਉਹ ਕਿਸਨੇ ਦਿੱਤੀ ਹੈ, ਉਹ ਇਹ ਚੀਜ਼ ਸਾਰੀ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਹੈ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਇਹ ਬਾਹਰ ਛਪਣ ਦੀ ਇਜਾਜ਼ਤ ਹੋਣੀ ਨਹੀਂ ਚਾਹੀਦੀ ਸੀਗੀ। ਠੀਕ ਹੈ, ਇਸਦੇ ਨਾਲ 450 ਸਰੂਪਾਂ ਦੀ ਇੱਕ ਵੱਖਰੀ ਕਹਾਣੀ ਹੈ। ਬਿਲਕੁਲ, ਉਹ ਜਿਹੜੇ ਸਰੂਪ ਕਹਿੰਦੇ ਆ ਕਿ ਰਸਤੇ ਦੇ ਵਿੱਚ ਜਾਂਦਿਆਂ ਹੀ ਸਲਾਬੇ ਗਏ, ਬੱਸ ਦੇ ਵਿੱਚ ਪਏ ਰਹੇ। ਠੀਕ ਹੈ, ਉਹ ਬੱਸ ਵੀ ਇੱਥੋਂ ਗਈ ਹੈ ਜੀ। ਹਾਂਜੀ, ਉਹ ਬੱਸ ਜਿਹੜੀ ਸੀਗੀ ਇਹਨਾਂ ਨੇ ਆਪਣੇ ਕਾਗਜ਼ਾਂ ਦੇ ਵਿੱਚ ਸੁਣਿਆ ਹੈ ਕਿ ਰਾਈਟ ਆਫ ਵੀ ਕਰਤੀ ਹੈ। ਅੱਛਾ, ਹਾਂਜੀ,
ਸੋ ਇਹ ਸਾਰੇ ਘਪਲੇ ਨੇ। ਬੇਸਿਕਲੀ ਕੀ ਹੈ, ਮੈਂ ਬਾਰ-ਬਾਰ ਇੱਕ ਗੱਲ ਰਿਪੀਟ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਵਕਾਰ, ਆਪਣਾ ਵਿਸ਼ਵਾਸ, ਆਪਣੀ ਭਰੋਸੇਯੋਗਤਾ ਪੰਥ ਵਿੱਚ ਟੋਟਲੀ ਗਵਾ ਚੁੱਕੀ ਹੈ ਜੀ। ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਇਹ ਦਾਅਵੇ ਨਾਲ ਗੱਲ ਕਹਿੰਦਾ ਜੀ, ਇੱਕ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਜੀ। ਅੱਜ ਦੀ ਡੇਟ ਵਿੱਚ ਕੋਈ ਵੀ ਵਿਅਕਤੀ ਸ਼੍ਰੋਮਣੀ ਕਮੇਟੀ ਦਾ ਟੈਗ, ਚੰਗਾ ਵਿਅਕਤੀ, ਇੱਜ਼ਤਦਾਰ ਵਿਅਕਤੀ ਸ਼੍ਰੋਮਣੀ ਕਮੇਟੀ ਦਾ ਟੈਗ ਲਗਾਉਣ ਨੂੰ ਤਿਆਰ ਹੀ ਨਹੀਂ। ਬਿਲਕੁਲ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣਾ ਭਰੋਸਾ, ਆਪਣਾ ਵਿਸ਼ਵਾਸ, ਇਹ ਸਭ ਕੁਝ ਗਵਾ ਚੁੱਕੀ ਹੈ। ਹੋਰ ਇਹ ਹੁਣ ਆਜ਼ਾਦ ਸੰਸਥਾ ਨਹੀਂ ਹੈ, ਇਹ ਕਿਸੇ ਸਿਆਸਤਦਾਨਾਂ ਦੇ ਹੱਥ ਵਿੱਚ, ਤੇ ਸਿਆਸਤਦਾਨਾਂ ਦੇ ਮਗਰ ਪਿੱਛੇ ਇਹ ਆਰਐਸਐਸ ਦੇ ਹੱਥ ਵਿੱਚ ਇੱਕ ਖਿਡੌਣਾ ਬਣ ਕੇ ਰਹਿ ਚੁੱਕੀ ਹੈ ਜੀ। ਜੀ ਪ੍ਰਸਾਦ ਸਾਹਿਬ, ਡਾਕਟਰ ਰੂਪ ਸਿੰਘ ਵੀ ਬੜਾ ਆਪਣੇ ਆਪ ਦੇ ਵਿੱਚ ਇਹ ਚੀਜ਼ ਮਹਿਸੂਸ ਕਰ ਰਿਹਾ ਜੀ, ਮੇਰਾ ਦੋਸ਼ ਕੋਈ ਨਹੀਂ ਸੀਗਾ ਤੇ ਮੈਨੂੰ ਦੋਸ਼ੀ ਕਹਿ ਦਿੱਤਾ ਗਿਆ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਮੈਂ ਕਿਸੇ ਪਰਿਵਾਰਕ ਕੰਮ ਵਾਸਤੇ ਛੁੱਟੀ ਜਿਹੜੀ ਲਈ ਸੀ, ਪਹਿਲਾਂ ਤੋਂ ਅਪਲਾਈ ਕੀਤੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਲੋਕਡਾਊਨ ਹੋ ਗਿਆ, ਅਸੀਂ ਜਾ ਨਹੀਂ ਸਕੇ ਤੇ ਹੁਣ ਜਦੋਂ ਫਲਾਈਟਾਂ ਸ਼ੁਰੂ ਹੋਈਆਂ ਤੇ ਅਸੀਂ ਗਏ ਹਾਂ। ਸੋ ਉਹਨਾਂ ਦਾ ਰੋਸ ਕਿੰਨਾ ਕੁ ਜਾਇਜ਼ ਆ ਜਾਂ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ? ਮੈਂ ਇੱਕ ਗੱਲ ਕਹਾਂਗਾ ਜੀ, ਡਾਕਟਰ ਰੂਪ ਸਿੰਘ ਇੱਕ ਪੜ੍ਹੇ ਲਿਖੇ PhD ਇੱਕ ਸਕਾਲਰ ਨੇ ਜੀ। ਇਸ ਵੇਲੇ ਉਹਨਾਂ ਨੂੰ ਆਪਣੀ ਇਹ ਸਫਾਈ ਦੇਣ ਦੀ ਥਾਂ ਤੇ ਕਿ ਬਈ ਜੀ ਮੇਰਾ ਕੋਈ ਕਸੂਰ ਨਹੀਂ ਹੈਗਾ, ਇਹ ਨਹੀਂ ਹੈਗਾ, ਉਹ ਨਹੀਂ ਹੈਗਾ, ਮੈਂ ਬਾਹਰ ਗਿਆ ਸੀਗਾ, ਪਰਿਵਾਰ ਨਾਲ ਗਿਆ ਸੀ, ਮੇਰੀ ਮਜਬੂਰੀ ਸੀਗੀ, ਮੈਂ ਛੁੱਟੀ ਲੈ ਕੇ ਗਿਆ ਸੀਗਾ, ਇਹ ਸਾਰੀਆਂ ਗੱਲਾਂ ਬਹੁਤ ਨਿਗੂਣੀਆਂ ਨੇ। ਉਹਨਾਂ ਨੂੰ ਇਹ ਚੀਜ਼ ਸਾਹਮਣੇ ਲੈ ਕੇ ਆਉਣੀ ਚਾਹੀਦੀ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ 328 ਜਾਂ ਇਸ ਤੋਂ ਵੱਧ ਸਰੂਪ ਕਿੱਥੇ ਗਏ ਜੀ। 19 ਮਈ 2016 ਦੇ ਵਿੱਚ ਅੱਗ ਲੱਗਦੀ ਹੈ ਤੇ ਉਹਦਾ ਇੱਕ ਨੋਟ ਤਿਆਰ ਹੁੰਦਾ ਹੈ 20 ਫਰਵਰੀ 2020 ਨੂੰ ਜੀ। ਹੁਣ ਉਹ ਲਿਖਿਆ ਜਾਂਦਾ ਕਿ 80 ਸਰੂਪ ਜਿਹੜੇ ਨੇ ਉਹ ਅਗਨ ਭੇਟ ਹੋ ਗਏ ਜੀ। ਐਨੇ ਪੀੜਾ ਸਾਹਿਬ, ਐਨੇ ਪਲੰਗ, ਇੰਨੇ ਚਾਦਰਾਂ, ਇੰਨੇ ਰੁਮਾਲਾ ਸਾਹਿਬ ਵਗੈਰਾ ਵਗੈਰਾ ਇਹ ਅਗਨ ਭੇਟ ਹੋ ਗਈਆਂ ਜੀ। ਅੱਗ ਲੱਗਦੀ ਹੈ 2016 ਚ, 19 ਮਈ 2016 ਨੂੰ ਜੀ। ਨੋਟ ਤਿਆਰ ਹੁੰਦਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਵੀ ਆ ਚੁੱਕਿਆ ਹੈ, ਉਹ 20 ਫਰਵਰੀ 2020 ਨੂੰ ਹੁੰਦਾ ਹੈ। ਹੋਰ ਉਹ ਤੇ ਡਾਕਟਰ ਰੂਪ ਸਿੰਘ ਦੇ ਸਿਗਨੇਚਰ ਨੇ, ਬਾਕੀ ਕਲਰਕਾਂ ਦੇ ਸਿਗਨੇਚਰ ਨੇ ਜੀ। ਡਾਕਟਰ ਰੂਪ ਸਿੰਘ ਦਾ ਇਹ ਗੱਲਾਂ ਸਪਸ਼ਟ ਕਰਨ ਕਿ ਵੀ ਉਹ ਨੋਟ ਕਿਉਂ ਬਣਾ, ਇੰਨੇ ਸਾਲਾਂ ਬਾਅਦ ਕਿਉਂ ਤਿਆਰ ਹੋਇਆ ਜੀ। ਡਾਕਟਰ ਰੂਪ ਸਿੰਘ ਨੂੰ ਤਾਂ ਇਹ ਗੱਲਾਂ ਕਲੀਅਰ ਕਰਨੀ ਚਾਹੀਦੀਆਂ ਨੇ। 328 ਸਰੂਪ ਕਿੱਥੇ ਗਏ ਉਹ ਗੱਲ ਕਲੀਅਰ ਕਰਨ। ਜਿਹੜੇ ਕੋਈ ਇਹਨਾਂ ਪਾਪੀਆਂ ਨੇ ਪਾਪ ਕੀਤੇ ਨੇ, ਪ੍ਰਧਾਨ ਨੇ, ਸਾਬਕਾ ਪ੍ਰਧਾਨ ਨੇ ਅਤੇ ਅੰਤਰਿੰਗ ਕਮੇਟੀ ਵਾਲਿਆਂ ਨੇ ਅਤੇ ਜਿਹੜੇ ਬਾਦਲ ਕਹਿੰਦੇ ਪਾਪ ਕੀਤੇ ਨੇ, ਉਹ ਪਾਪ ਲਿਆ ਕਰਕੇ ਕੌਮ ਦੇ ਸਾਹਮਣੇ ਰੱਖਣ ਜੀ। ਸਿਰਫ ਆਪਣੀ ਸਫਾਈ ਤੱਕ ਉਹ ਸੀਮਿਤ ਨਾ ਰਹਿਣ ਜੀ। ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਤੁਹਾਡੇ ਇਸ ਚੈਨਲ ਦੇ ਰਾਹੀਂ ਵੀ ਜੀ ਕਿ ਉਹ ਸਾਰੀ ਗੱਲ ਨੂੰ ਨਸ਼ਰ ਕਰਨ ਕਿ ਸਰੂਪ ਕਿੱਥੇ ਗਏ ਜੀ। ਜੀ ਜੀ ਬਿਲਕੁਲ ਪ੍ਰਸਾਦ ਸਾਹਿਬ, ਸਾਡੀ ਅੱਜ ਦੀ ਸਾਰੀ ਗੱਲਬਾਤ ਜਿਹੜੀ ਹੈ ਕੁਝ ਸੰਗਤਾਂ ਦੇ ਸਵਾਲ ਸਨ ਜਿਹੜੇ ਅਸੀਂ ਪ੍ਰਸਾਦ ਸਾਹਿਬ ਦੇ ਨਾਲ ਡਿਸਕਸ ਜਿਹੜੇ ਆ ਉਹ ਕੀਤੇ ਆ, ਕਿਉਂਕਿ ਸਾਨੂੰ ਸੰਗਤਾਂ ਬਾਰ-ਬਾਰ ਇਹ ਚੀਜ਼ ਦਾ ਫੋਨ ਕਾਲਾਂ ਵੀ ਆ ਰਹੀਆਂ ਸੀ, ਮੇਲਸ ਵੀ ਆ ਰਹੀਆਂ ਸੀਗੀਆਂ ਕਿ ਤੁਸੀਂ ਇਹਦੇ ਉੱਤੇ ਇੱਕ ਇੰਟਰਵਿਊ ਜਿਹੜੀ ਆ ਜ਼ਰੂਰ ਕਰੋ। ਤੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸਪੋਕਸਪਰਸਨ ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਦੇ ਨਾਲ ਸਮੁੱਚੀ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਰੱਖੇ। ਸੋ ਇਹਦੇ ਵਿੱਚ ਬਹੁਤ ਕੁਝ ਨਿਕਲ ਕੇ ਅਜੇ ਹੋਰ ਵੀ ਸਾਹਮਣੇ ਆ ਸਕਦਾ, ਬਹੁਤ ਕੁਝ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਅਜੇ ਸਾਨੂੰ ਪਤਾ ਹੀ ਨਹੀਂ ਗਾ, ਜਾਂ ਜਿਹੜੇ ਬਾਹਰ ਸਰੂਪ ਭੇਜੇ ਗਏ ਜਾਂ ਜਿਸ ਤਰ੍ਹਾਂ ਉੱਥੇ ਛਪਾਈ ਚੱਲ ਰਹੀ ਸੀ ਉਹ ਗੱਲਾਂ ਜਿਹੜੀਆਂ ਆ ਉਹਨਾਂ 'ਚੋਂ ਵੀ ਅਜੇ ਸ਼ਾਇਦ ਬਹੁਤ ਕੁਝ ਹੋਰ ਵੀ ਨਿਕਲ ਕੇ ਸਾਹਮਣੇ ਆਵੇ। ਸੋ ਸੰਗਤਾਂ ਦੇ ਇਹ ਸਵਾਲਾਂ ਦੇ ਜਵਾਬ ਜਿਹੜੇ ਸੀਗੇ ਉਹਨਾਂ ਦੇ ਉੱਤੇ ਸਾਡਾ ਅੱਜ ਦਾ ਸਾਰਾ ਜਿਹੜਾ ਪ੍ਰੋਗਰਾਮ ਸੀਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੈਸ ਸਾਹਿਬ ਦਾ ਕਰਦੇ ਹਾਂ ਧੰਨਵਾਦ ਤੇ ਇੱਥੇ ਹੀ ਬੁਲਾਉਂਦੇ ਹਾਂ ਸਾਂਝੇ ਰੂਪ ਦੇ ਵਿੱਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।